भाई आप बताएं आपका नाम क्या है? मेरा नाम सुरजीत सिंह है। ओके, आपका नाम क्या है ब्रदर? हरमनप्रीत सिंह, कहाँ के आप रहने वाले दोनों? अमृतसर। ओके, बताएं क्या टेस्टमनी है आपकी? हमारी जो टेस्ट बड़ी है वो कर्जे की है। 2011 में मैं गोल्ड का काम करता हूँ। मेरा मैन्युफैक्चरिंग का काम था, तो मैंने ना गोल्ड मैन्युफैक्चरिंग का अपना बिजनेस था आपका? हाँ जी। ओके, क्या हुआ उसके बाद बताएं। उसके बाद 2011 में मैंने चालू किया कि मैं जैसे बक्सा लेकर जाते ना, जैसे गोल्ड का काम करते हैं उनको मालूम होगा, मैंने बाहर जाना चालू किया, सेल प्रोसेसिंग चालू की। 2011 में मेरा उनके साथ जब डील हुई काम की, तो अलग अलग लोगों से, अलग अलग जो मेरे दोस्त थे, फ्रेंड्स थे, ਉਹਨਾਂ ਦੇ ਨਾਲ ਮੈਂ ਉਹਨਾਂ ਕੋਲ ਸਮਾਨ ਲਿੱਤਾ। 2011 ਦੇ ਵਿੱਚ ਮੈਂ ਬਾਹਰ ਜਾਣਾ ਸਟਾਰਟ ਕੀਤਾ। ਉੱਥੇ ਜਾ ਕੇ ਉਹਨਾਂ ਨੂੰ ਜਦੋਂ ਮੈਂ ਜਿਨ੍ਹਾਂ ਦਾ ਆਰਡਰ ਸੀ ਉਹਨਾਂ ਨੂੰ ਆਰਡਰ ਦਿੱਤਾ, ਤੇ ਉਹ ਮੇਰਾ ਮਤਲਬ ਸਾਰਾ ਸਮਾਨ ਲੈ ਕੇ ਤੇ ਉਹ ਭੱਜ ਗਏ। 2011 ਦੇ ਵਿੱਚ ਮੇਰਾ ਨੁਕਸਾਨ ਹੋਇਆ। ਹਾਂਜੀ, ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲ ਗਿਆ, ਤੇ ਉਸ ਤੋਂ ਬਾਅਦ ਲਾ ਲਓ ਮੇਰੇ ਦਿਮਾਗ ਦੇ ਵਿੱਚ ਬਹੁਤ ਗਲਤ ਥੋੜ ਆਉਣਾ ਪਏ, ਮੇਰੀ ਗਲਤ ਸੁਸਾਇਟੀ ਹੋ ਗਈ, ਗਲਤ ਲੋਕਾਂ ਦੇ ਨਾਲ ਮੇਰਾ ਬੈਠਣਾ ਉੱਠਣਾ ਹੋ ਗਿਆ, ਗਲਤ ਲੋਕਾਂ ਦੇ ਨਾਲ ਮੇਰਾ ਜਾਣਾ ਆਉਣਾ ਹੋ ਗਿਆ, ਗਲਤ ਮਤਲਬ ਮੇਰਾ ਦਿਮਾਗ ਗਲਤ ਪਾਸੇ ਲੱਗ ਗਿਆ ਵੀ ਮੈਂ ਹੁਣ ਜਿੱਦਾਂ ਮੇਰਾ ਨੁਕਸਾਨ ਹੋਇਆ ਵਾ, ਲੋਕੀ ਮੈਨੂੰ ਟੌਰਚਰ ਕਰਦੇ ਆ, ਮੈਨੂੰ ਤੰਗ ਕਰਦੇ ਆ, ਜਿਹੜੇ ਕਰਜ਼ੇ ਵਾਲੇ ਜਿਨ੍ਹਾਂ ਦਾ ਮੈਂ ਕਰਜ਼ਾ ਦੇਣਾ, ਜਿਨ੍ਹਾਂ ਕੋਲ ਮੈਂ ਲੈਣੇ ਆ, ਉਹ ਮੈਨੂੰ ਤੰਗ ਕਰਦੇ ਆ ਵੀ ਸਾਡੇ ਪੈਸੇ ਦੇ। ਮੇਰੇ ਕੋਲ ਪੈਸੇ ਹੈਗੇ ਨਹੀਂ ਸੀ, ਮੈਂ ਟੋਟਲੀ ਜ਼ੀਰੋ ਹੋ ਚੁੱਕਾ ਸੀ। ਮੇਰਾ 1.5 ਕਰੋੜ ਰੁਪਏ ਦਾ ਨੁਕਸਾਨ ਸੀ 2011 ਦੇ ਵਿੱਚ ਜਿਹੜਾ ਹੋਇਆ ਸੀ। ਹਾਂਜੀ, ਤੇ ਮੈਂ ਉਸ ਤੋਂ ਬਾਅਦ ਮੇਰੇ ਲੈਣ ਦੇਣ ਵਾਲੇ ਸੀ ਜਿਹੜੇ, ਉਹ ਮੈਨੂੰ ਤੰਗ ਕਰ ਦਿੰਦੇ ਸੀ ਬਹੁਤ ਜ਼ਿਆਦਾ, ਤੇ ਉਹਨਾਂ ਨੂੰ ਕਹਿਣਾ ਪੈਸੇ ਤੇ ਮੇਰੇ ਕੋਲ ਪੈਸੇ ਹੈਗੇ ਨਹੀਂ ਸੀ, ਇਸ ਕਰਕੇ ਉਹਨਾਂ ਦੇ ਨਾਲ ਮੇਰਾ ਤੂੰ ਮੈਂ ਵੀ ਹੁੰਦੀ ਸੀ। ਉਹਨਾਂ ਨੇ ਕਹਿਣਾ ਪੈਸੇ ਦੇ, ਮੈਂ ਮੇਰੇ ਕੋਲ ਹੈਗੇ ਨਹੀਂ ਆ, ਉਹਨਾਂ ਨੇ ਮੈਨੂੰ ਟੌਰਚਰ ਕਰਨਾ, ਉਹਨਾਂ ਨੇ ਮੈਨੂੰ ਤੰਗ ਕਰਨਾ, ਪਰ ਮੈਂ ਨਾ ਮੇਰੇ ਕੋਲ ਨਹੀਂ ਹੈਗੇ, ਮੇਰੇ ਕੋਲ ਹੈਗੇ ਨਹੀਂ, ਮੈਂ ਤੁਹਾਨੂੰ ਕਿਸੇ ਤਰ੍ਹਾਂ ਤੁਹਾਨੂੰ ਪਤਾ ਮੇਰਾ ਨੁਕਸਾਨ ਹੋ ਚੁੱਕਾ ਹੈ, ਤੇ ਉਹ ਗੱਲ ਨੂੰ ਸਮਝਦੇ ਨਹੀਂ ਸੀ ਹੁੰਦੇ, ਉਹਨਾਂ ਨੇ ਮੈਨੂੰ ਟੌਰਚਰ ਕਰੀ ਜਾਣੇ, ਇਸ ਕਰਕੇ ਮੈਂ ਗਲਤ ਸੁਸਾਇਟੀ 'ਚ ਚਲ ਗਿਆ। ਮੈਨੂੰ ਮਤਲਬ ਉਸ ਕਾਰਨ ਗਲਤ ਲੋਕਾਂ ਦੇ ਨਾਲ ਮੇਰਾ ਫਿਰ ਬੈਠਣਾ ਉੱਠਣਾ ਵੀ ਹੋਇਆ ਸਾਰਿਆਂ ਦੇ ਨਾਲ, ਤੇ ਮੈਂ ਗਲਤ ਵਿਚਾਰ ਸੋਚ ਕਰਨਾ ਪਿਆ ਵੀ ਮੈਂ ਵੀ ਕੋਈ ਗਲਤ ਕੰਮ ਕਰ ਲਾਂ। ਪਰ ਮੈਂ ਆਪਣੇ ਫਿਰ ਮੇਰੇ ਦਿਮਾਗ 'ਚ ਥੋਟ ਆਉਣੇ, ਖਿਆਲ ਆਉਣੇ ਕਿ ਮੈਂ ਸੁਸਾਈਡ ਵੀ ਕਰ ਲਾਂ। ਮੇਰੇ ਦਿਮਾਗ 'ਚ ਮੈਂ ਸੁਸਾਈਡ ਕਰ ਲਾਂ। ਮੈਂ ਇੱਕ ਵਾਰ ਸੋਚਣਾ ਵੀ ਯਾਰ ਇਹਨਾਂ ਨੂੰ ਮਾਰਦਾ, ਪਰ ਮੈਂ ਨਾ ਯਾਰ ਇਹ ਕਿੰਨੇ ਜਿਹੜੇ ਕਿਹਨੂੰ ਮਾਰੂੰਗਾ मैं सोचता ना मैं आप ही मर जाए यार, इन्हें कर्जा लथना नहीं है मेरे को। मतलब जब कर्जा बढ़ने लगा तो आप अपने आप को खत्म करने की सोचते थे? हाँ जी। लोगों को मारने का सोचते थे? ऐसा सोचता, मतलब आपकी लाइफ टोटली डिस्टर्ब हो चुकी थी? मैं जीरो हो चुका था। मेरे को मुझे ऐसा लगता था कि मैं मर जाऊंगा, मुझे इन्ना लगता होंदा ਸੀ भी मर जाना वा। ਤੇ ਪਰ ਫਿਰ ਮੈਂ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ ਵੇਖਦਾ ਹੁੰਦਾ ਸੀ, ਮੈਂ ਨਾ ਮੈਂ ਕੀ ਕਰਾਂ ਮਰ ਕੇ। ਪਰਿਵਾਰ ਮੇਰੇ ਬੱਚੇ ਆ, ਮੇਰਾ ਪਰਿਵਾਰ ਏਡਾ ਵੱਡਾ ਸੀ, 3 ਬ੍ਰਦਰਸ ਅਸੀਂ, ਤੇ ਬੱਚੇ ਸੀ, ਪਰਿਵਾਰ ਸੀ, ਸਾਰਾ ਉਹਨਾਂ ਬਾਰੇ ਮੈਂ ਸੋਚਦਾ ਹੁੰਦਾ ਸੀ। ਫਿਰ ਮੈਂ ਸੁਸਾਇਡ ਤੋਂ ਮਤਲਬ ਸੋਚਦਾ ਹੁੰਦਾ ਵੀ ਰਹਿਣ, ਹੁਣ ਸੁਸਾਇਡ ਨਹੀਂ ਕਰਨੀ। ਇੱਦਾਂ ਹੀ ਮੇਰੀ ਜ਼ਿੰਦਗੀ ਚੱਲ ਰਹੀ ਸੀ। और आप पूरी तरह से डिस्टर्ब थे? आपके फैमिली वाले क्या बोलते थे उस समय? फैमिली वाले मेरा साथ दिंदे, मेरे मम्मी डैडी प्रभु च ਹੈਗੇ ਸੀ, ਤੇ ਉਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਚਰਚ ਜਾਇਆ ਕਰੋ, ਤੇ ਪਰ ਸਾਡਾ ਜੇ ਪ੍ਰਭੂ ਨੂੰ ਜਾਣਦੇ ਸੀ ਅਸੀਂ, ਪਰ ਸਾਰਾ ਕੰਮ ਕਰਦੇ ਸੀ, प्रभु च भी चलते सी, खाते पीते भी, नशा भी करते सी, लड़ाई झगड़े सारा कुछ करते थे। मतलब संपूर्ण बाइबल को नहीं फॉलो करते थे? नहीं फॉलो करते। और कितने साल तक आपकी लाइफ में ये सब चीजें चलती रही थी? ये 2011 तो है 2017 तक इतना चलता रहा मेरी जिंदगी, लगभग 6 साल के करीब। इस दौरान मेरे ते पर्चा भी होया। अच्छा। मेरे ते पर्चा भी होया, मैंने जेल भी जाना पाया, मेरे ते 4-5 साल केस भी चलिया। मैं 2016-17 ਦੇ ਵਿੱਚ ਉਸ पर्चे ਤੋਂ ਵੀ ਫ੍ਰੀ ਹੋਇਆ, ਤੇ ਇਦਾਂ ਹੀ ਮੇਰੀ ਜ਼ਿੰਦਗੀ ਚੱਲ ਰਹੀ ਸੀ। ਤੇ 2017 ਦੇ ਵਿੱਚ ਫਿਰ ਸਾਨੂੰ ਵਟਾਲੇ ਪਤਾ ਲੱਗਾ, ਅੰਮ੍ਰਿਤਸਰ ਅਜਨਾਲੇ ਪਤਾ ਲੱਗਾ, ਤੇ ਫਿਰ ਅਸੀਂ ਦੋਨੇ ਬ੍ਰਦਰ ਨੇ ਸੋਚਿਆ ਵੀ ਅਸੀਂ ਹੁਣ ਥੱਕ ਹਾਰ ਗਏ ਆ, ਵੀ ਕਰਨਾ ਮਤਲਬ ਕੰਮ ਹੈਗਾ ਵਾ, ਨਾ ਕਰਜ਼ਾ ਉਤਰ ਰਿਹਾ ਵਾ, ਕੋਈ ਦੇਖਦਾ ਹੈਗਾ, ਹਨੇਰਾ ਵਾ ਆਪਾਂ ਬ੍ਰਦਰ ਨੇ। ਤੇ ਮੈਂ ਸੋਚਿਆ, ਮੈਂ ਕਿਹਾ ਯਾਰ ਹਾਲ ਕੋਈ ਦੇਖਦਾ ਨਹੀਂ ਆ। ਤਾਂ ਸਾਡੇ ਮੰਮੀ ਪਾਪਾ ਕਹਿੰਦੇ ਹੁੰਦੇ ਆ ਵੀ ਚਾਹੋ ਪ੍ਰਭੂ ਨਾਲ ਚੱਲੋ, ਪਰ ਅਸੀਂ ਮੰਨਦੇ ਨਹੀਂ। ਮੈਂ ਕਿਹਾ ਆਪਾਂ ਹੁਣ ਨਾ ਚੱਲੀਏ, ਆਪਾਂ ਥੱਕ ਗਏ ਆ ਯਾਰ, ਆਪਾਂ ਚੱਲੀਏ। ਮੈਂ ਕਿਹਾ ਚਰਚ, ਤੇ ਆਪਾਂ ਦੋਨੇ ਬ੍ਰਦਰ ਫਿਰ ਕਰੂਸੈਡ ਤੇ 2 ਦਿਨ ਦੀ ਮੀਟਿੰਗ ਸੀ, ਅਸੀਂ ਅਟੈਂਡ ਕੀਤੀ। ਸਾਡਾ ਮਨ ਮਤਲਬ चेंज होया। ये कब की बात है? ये 2017 की। ओके, जब आप क्रूसेड था वहां पे अजनाला? हाँ जी। ओके, जब वहां पे गए क्या बदलाव आया आपके जीवन में? ਉੱਥੇ ਜਦੋਂ ਮੈਂ ਗਿਆ ਮੈਨੂੰ ਬਹੁਤ ਵਧੀਆ, ਬਹੁਤ ਮਤਲਬ ਆਨੰਦ ਮਹਿਸੂਸ ਹੋਇਆ, ਬਹੁਤ ਜ਼ਿਆਦਾ ਆਨੰਦ ਮਹਿਸੂਸ ਹੋਇਆ ਮੈਨੂੰ ਉੱਥੇ ਜਾ ਕੇ। ਬਹੁਤ ਜ਼ਿਆਦਾ ਸਾਨੂੰ ਦੋਨੋਂ ਬ੍ਰਦਰ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਫਿਰ ਅਸੀਂ ਲੈ ਕੇ ਇੱਧਰ ਖੰਬਰ ਚਰਚ ਹੋਣਾ ਸਟਾਰਟ ਕੀਤਾ ਸੀ। ਜਦੋਂ ਅਸੀਂ ਚਰਚ ਹੁੰਦੇ ਹੁੰਦੇ ਸਾਂ, ਜਦੋਂ ਮੈਂ ਚਰਚ ਹੁੰਦਾ ਨਾ ਸੀ ਨਾ, ਉਦੋਂ ਮੈਂ ਇੱਥੇ ਆਣ ਕੇ ਫੁੱਲ ਵਰਗਾ ਹੋ ਜਾਂਦਾ ਨਾ, ਮੇਰਾ ਮਾਈਂਡ ਰਿਲੈਕਸ ਹੋ ਜਾਂਦਾ ਸੀ। ਮੈਨੂੰ ਐਂ ਲੱਗਦਾ ਇੱਥੇ ਆਣ ਕੇ ਮੈਂ ਕਿਸੇ ਦਾ ਕੁਛ ਨਹੀਂ ਦੇਣਾ, ਮੈਂ ਫ੍ਰੀ ਗਾ, ਮੇਰੇ ਸਿਰ ਤੇ ਕੋਈ ਕਰਜ਼ਾ ਨਹੀਂ ਜਦੋਂ ਮੈਂ ਇੱਥੇ ਹੁੰਦਾ ਨਾ। ਪਰ ਘਰ ਜਾਣਾ ਸੀ ਜਦੋਂ ਮੈਂ
ਤੇ ਫਿਰ ਉਹ ਲੈਣੇ ਦੇਣ ਵਾਲੇ ਫਿਰ ਮੈਨੂੰ ਟੌਰਚਰ ਕਰਦੇ ਸੀ ਸਾਡੇ ਪੈਸੇ ਤੇ ਮੇਰੀ ਜ਼ਿੰਦਗੀ ਇਦਾਂ ਹੀ ਪਰ ਮੇਰਾ ਦਿਲ ਕਰਦਾ ਹੁੰਦਾ ਸੀ ਜੇ ਮੈਂ ਇੱਥੇ ਰਹਿ ਜਾ ਮੈਂ ਘਰ ਹੀ ਨਾ ਜਾ ਪਰ ਫਿਰ ਉਹ ਘਰ ਜਿਹੜੇ ਲੈਣ ਦੇਣ ਵਾਲੇ ਸੀ ਉਹ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਘਰ ਆਉਂਦੇ ਹੀ ਮੈਨੂੰ ਘਰ ਜਾਣਾ ਪੈਂਦਾ ਸੀ ਫਿਰ ਮੈਂ ਮਤਲਬ ਮੈਨੂੰ ਲਗਾ ਲਓ ਵੀ ਜੇ ਮੈਂ 24 ਘੰਟੇ ਦੇ ਵਿੱਚ ਮੈਂ 2 ਘੰਟੇ ਸੌਂਦਾ ਹੁੰਦਾ ਸੀ ਉਹ ਵੀ ਮੈਂ ਬੁੜਕ ਕੇ ਉੱਠਦਾ ਹੁੰਦਾ ਸੀ ਮੈਨੂੰ ਮਤਲਬ ਨੀਂਦ ਨਹੀਂ ਆਉਂਦੀ ਹੁੰਦੀ ਮੇਰੇ ਵਾਈਫ ਨੇ ਮੇਰਾ ਸਿਰ ਨੱਪ ਕੇ ਮੈਨੂੰ ਸੌਣਾ ਵੀ ਸੌਂ ਜਾ 2 ਘੰਟੇ ਸੌਂ ਜਾ 2 ਘੰਟੇ ਦੇ ਵਿੱਚ ਹੀ ਮੈਂ ਬੁੜਕ ਕੇ ਉੱਠਣਾ ਵੀ ਮੈਂ ਕਿੱਦਾਂ ਦਊਂਗਾ ਕਰਜ਼ਾ ਮੇਰੇ ਸਿਰ ਤੇ ਬਹੁਤ ਕਰਜ਼ਾ ਮੈਂ ਆਪਣੇ ਦਿਮਾਗ ਦੇ ਵਿੱਚ ਪਲੈਨਿੰਗ ਕਰਦਾ ਹੁੰਦਾ ਸੀ ਵੀ ਮੈਂ ਜਿੱਦਾਂ 5 ਸਾਲ ਦਾ 10 ਸਾਲ ਦਾ ਪੈਟਰਨ ਬਣਾਉਣਾ ਵੀ ਮੈਂ 5 ਸਾਲ 10 ਸਾਲ ਦੇ ਵਿੱਚ 1.5 ਕਰੋੜ ਰੁਪਏ ਲਾ ਲੂੰਗਾ ਪਰ ਮੈਂ ਦਿਮਾਗ ਮੇਰਾ ਫਟ ਜਾਂਦਾ ਹੁੰਦਾ ਸੀ ਕਿਉਂਕਿ ਮੈਨੂੰ 10 ਸਾਲ 15 ਸਾਲ 20 30 ਸਾਲ ਦੇ ਵਿੱਚ ਵੀ ਨਹੀਂ ਲੱਗਦਾ ਵੀ ਮੈਂ ਕਰਜ਼ਾ ਉਤਾਰ ਪਾਊਂਗਾ ਮੈਨੂੰ ਲੱਗਦਾ ਨਹੀਂ ਵੀ ਮੇਰੇ ਕੋਲ ਇਹ ਕਰਜ਼ਾ ਨਾ ਜਿਹੜਾ ਮੇਰੇ ਕੋਲ ਉਤਰਨਾ ਹੀ ਨਹੀਂਗਾ ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾਂ ਫਿਰ ਮੈਂ ਥੱਕ ਹਾਰ ਕੇ ਬਹਿ ਜਾਂਦਾ ਨੇ ਫਿਰ ਫਰੈਸ਼ ਹੋਣਾ ਆਰਾਮ ਹੋਣਾ ਬਹੁਤ ਵਧੀਆ ਪ੍ਰਭੂ ਨਾਲ ਚੱਲਣਾ ਤੇ ਜਦੋਂ ਚੱਲਦੇ ਰਹੇ ਇਦਾਂ ਹੀ ਪ੍ਰਾਰਥਨਾ ਦੇ ਵਿੱਚ ਜਦੋਂ ਫਿਰ ਪ੍ਰਾਰਥਨਾ 'ਚ ਜਾਣਾ ਪ੍ਰਭੂ ਨੇ ਮੈਨੂੰ ਵਿਜ਼ਨ ਦੇਣਾ ਵੀ ਤੂੰ ਮੈਂ ਟੈਸਟਮਨੀ ਇੱਥੇ ਜਿੱਦਾਂ ਅੱਜ ਮੈਂ ਦੇ ਰਿਹਾ ਨਾ ਇਹ ਖੁਦਾ ਨੇ ਮੈਨੂੰ ਪ੍ਰੇਰਿਤ ਜਦੋਂ ਮੈਂ ਕਰਦਾ ਮੇਰਾ ਵਿਜ਼ਨ ਹੈਗਾ ਸੀ ਹਾਲੇਲੂਇਆ ਪ੍ਰਭੂ ਮੈਨੂੰ ਕਹਿੰਦੇ ਹੁੰਦੇ ਤੂੰ ਇੱਕ ਦਿਨ ਖਲੋ ਕੇ ਟੈਸਟਮਨੀ ਦੇਂਗਾ ਪਰ ਮੈਂ ਕਹਿੰਦਾ ਮੇਰੇ ਮਨ ਦੇ ਖਿਆਲ ਹੈ ਮਤਲਬ ਐਦਾਂ ਹੋ ਨਹੀਂ ਸਕਦਾ ਕਿਉਂਕਿ ਮੇਰੀਆਂ ਜਿੱਦਾਂ ਦੀਆਂ ਮੇਰੇ ਪਰਚੀ ਦੇ ਖਿਲਾਫ ਜਿੱਦਾਂ ਮੈਂ ਲੋਕਾਂ ਦੇ ਪੈਸੇ ਦੇਣੇ ਇਹਨਾਂ ਨੇ ਮੈਨੂੰ ਕਿੱਥੋਂ ਛੱਡਣਾ ਪ੍ਰਭੂ ਇਦਾਂ ਹੋ ਨਹੀਂ ਸਕਦਾ ਪਰ ਪ੍ਰਭੂ ਮੈਨੂੰ ਪ੍ਰਾਰਥਨਾ ਦੇ ਵਿੱਚ ਵਿਜ਼ਨ ਦੇਣਾ ਵੀ ਤੂੰ ਇੱਕ ਦਿਨ ਟੈਸਟਮਨੀ ਦੇਂਗਾ ਵੀ ਤੈਨੂੰ ਪ੍ਰਭੂ ਨੇ ਸਾਰੇ ਕਰਜ਼ੇ ਤੋਂ ਆਜ਼ਾਦ ਕਰਤਾ ਹਾਲੇਲੂਇਆ उसके बाद आपने पूरा वचन सुना हाँ जी। बाइबल को पढ़ना शुरू किया हाँ अपना जी। जीवन परमेश्वर को दे हाँ दिया जी पूरी तरह जो बाइबल में लिखा बीज बोना टाइथ देना हाँ जी बीज ਵੀ ਅਸੀਂ ਨਾ ਤੁਹਾਨੂੰ ਬੀਜ ਦੀ ਗੱਲ ਦੱਸਾਂਗਾ ਅਸੀਂ ਜਦੋਂ ਮੈਂ ਕਰਜ਼ੇ ਤੇ ਸਾਣਾ ਤੇ ਪ੍ਰਭੂ ਦੇ ਦਾਸ ਮਤਲਬ ਇੱਥੋਂ ਕਰਦੇ ਅਨਾਉਂਸਮੈਂਟ ਵੀ ਬੀਜ ਬੋ ਤੇ ਅਸੀਂ ਤੇ ਆਲਰੇਡੀ ਬਿਲਕੁਲ ਕਰਜ਼ੇ ਸਾਂ ਸਾਡੇ ਕੋਲ ਤੇ ਮਤਲਬ ਕਮੇਟੀਆਂ ਜਿੱਦਾਂ ਜਿਹੜੇ ਕਰਜ਼ੇ 'ਚ ਫਸੇ ਉਹਨਾਂ ਨੂੰ ਪਤਾ ਹੈਗਾ ਅਸੀਂ ਕਮੇਟੀਆਂ ਪਾਉਣੀਆਂ ਮੈਂ ਕੰਮ ਕਰਨਾ ਕਮੇਟੀਆਂ ਦੇਣੀਆਂ ਵਿਆਜ ਦੇਣੇ ਘਰ ਵਾਸਤੇ ਵੀ 10-20 ਹਜ਼ਾਰ ਰੁਪਇਆ ਜਿਹੜਾ ਸੀ ਨਾ ਉਹ ਵੀ ਮੇਰੇ ਕੋਲ ਨਿਕਲਦਾ ਸਾਡੇ ਕੋਲ ਨਿਕਲਦਾ ਨਹੀਂ ਸੀ ਹੁੰਦਾ ਘਰ ਵਾਸਤੇ ਵੀ ਅਸੀਂ 2 ਲੱਖ ਕਮਾਉਣਾ 3 ਲੱਖ ਕਮਾਉਣਾ ਸਾਰੇ ਕਰ ਵਿਆਜ ਦੇਣੇ ਕਮੇਟੀ ਦੇਣਾ ਫਿਰ ਵੀ ਸਾਡੇ ਕੋਲ 20 ਹਜ਼ਾਰ ਨਹੀਂ ਸੀ ਬਚਦਾ ਇੰਨੀ ਸਾਡਾ ਮਤਲਬ ਟੈਸ ਸਿਚੁਏਸ਼ਨ ਹੀ ਤੇ ਅਸੀਂ ਕਹਿੰਦੇ ਨੇ ਅਸੀਂ ਕਿੱਦਾਂ ਕਰਜ਼ਾ ਲਾ ਲਾਂਗੇ ਸਾਡੇ ਕੋਲ ਘਰ ਵਾਸਤੇ 20 ਹਜ਼ਾਰ ਰੁਪਇਆ ਰਾਸ਼ਨ ਵਾਸਤੇ ਨਹੀਂ ਨਿਕਲਦਾ ਤੇ ਅਸੀਂ ਕਿੱਦਾਂ ਕਰਜ਼ਾ ਲਾ ਲਾਂਗੇ ਪਰ ਇਦਾਂ ਹੀ ਪ੍ਰਭੂ ਨਾਲ ਅਸੀਂ ਚੱਲਦੇ ਰਹੇ ਪ੍ਰਭੂ ਨਾਲ ਅਸੀਂ ਚੱਲਦੇ ਰਹੇ ਚਰਚ ਆਉਂਦੇ ਰਹੇ ਚਰਚ ਆਉਣਾ ਮੈਨੂੰ ਬਹੁਤ ਆਰਾਮ ਮਿਲਿਆ ਬਹੁਤ ਆਨੰਦ ਮਹਿਸੂਸ ਹੋਣਾ ਇਦਾਂ ਹੀ ਮੇਰੀ ਜ਼ਿੰਦਗੀ ਚੱਲਦੀ ਰਹੀ और उसके बाद आप बताएं भाई फिर वो कर्जा क्या बना उसका वो जब हम चलते रहे प्रभु में तो हाल ऐसा था कि चर्च में जाते थे आग से भर के और जब घर में जाते थे कोई ना कोई फिर लेनदार बैठा था और हम ऐसे ही चलते गए ये अब्राहम की लाइफ का पैटर्न परमेश्वर ने हमारे जीवन में शुरू किया और हमने अपनी घटी में भी बोना नहीं छोड़ा चर्च जाना नहीं छोड़ा आग में भरना नहीं छोड़ा और जब मैं प्रार्थना करता था ऊपर मुझे भी प्रभु सेम वर्ड देता था कि ये लिख ले ये कर्जा उतरने जा रहा है ये लिख ले ये होने जा रहा है ये लिख ले ये होने जा रहा है और जब मैं ऊपर नीचे आता था प्रार्थना करके तो नीचे घर में कुछ लोग बैठे होते थे जब मैं चर्च में आता था वो पैसे मांगने के लिए जब मैं ऊपर से हंसता था नीचे आता था घर वाले बोलते थे ये छोटा पागल हो गया है हमारे घर में इतनी टेंशन है हमारे घर में लेनदार बैठे और ये हंसता आ रहा है और मेरे मदर बोलते थे वो अपने आंदोलन में है और प्रभु मुझे आज भी बोलता था कि लिख ले और घोषणा कर लिख ले और घोषणा कर मैंने बोला प्रभु ये होगा कैसे लिख तो रहा हूं घोषणा तो कर रहा हूं लेकिन आज जब मैं टेस्टमनी देने आ रहा था मैंने उस वर्के को पढ़ के आया सभी जो पॉइंट मैंने लिखे थे और प्रभु ने जो लिखवाए थे वो सभी इसी आराधना में इसी प्लेस में मुझे वर्ड मिले थे और वो सभी वर्ड पूरे हो गए और परमेश्वर ने अद्भुत रीति से कार्य किया क्योंकि उसका वचन कहता है जब मैं काम करने पर आऊं तो कौन मुझे रोक सकता है जब मैं काम करने पर आऊं तो कौन मुझे रोक सकता है हालेलुया 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 जब मैं प्रभु के साथ फेथफुल रीति के साथ चला तो हम फेथफुल रीति के साथ चले परमेश्वर ने हमें 4-5 साल में जिनके हमने पैसे देने थे उन्होंने का मन खोला उन्होंने और दिए और उसी पैसों से हमने काम किया उनके पैसे दिए बीज बोते रहे हर हालात में चर्च में बने रहे और परमेश्वर ने जब तक हमने अपने इसहाक को अपनी टेस्टमनी को वेदी के आगे नहीं रखा और बोला अब टेस्टमनी नहीं खुदा तू चाहिए क्योंकि हालेलुया जब मैं सोचता था हम सोचते थे प्रभु हम अपने भाई सलाह करते थे आपस में यार उतरेगा नहीं कर्जा हम ऐसे करते हैं वचन सुनते हैं आनंद आता है हम ऐसे करते हैं हम स्वर्ग तो जाएंगे
जिन्होंने हमारे से पैसे लेने वो कौन सा हमारे साथ पीछे आ जाएंगे, क्योंकि वो कौन सा विश्वास करते हैं। हालेलुया। और ये हमारी समझ थी तब, और जब परमेश्वर में बढ़ते गए बोते गए, और 4 साल में वही लोग जिनके हमने पैसे देने थे, परमेश्वर ने उनके मन को उबारा, उन्होंने और दिए, हमने काम किया, ऑफरिंग बोई, प्रभु में चलते रहे, हर हालात में खड़े रहे, और 4 साल में परमेश्वर ने वो जो लोग थे हमें बातें करते थे, तुम्हारे मदर फादर तो चर्च में जाते, तुम्हारा यीशु मसीह ने क्या हाल कर दिया। जब उन लोगों को हमने आवाज मार के लाखों रुपये दिए, एक हफ्ता पहले भी देखे आए, जब उनको आवाज मार के पैसे दिए, और वो ही मुंह से, जिस मुंह से उन्होंने निंदा की थी, उसी मुंह से उन्होंने तारीफ की, अरे तुम किस खुदा को मानते हो, अरे तुम किस खुदा को मानते हो। मैंने बोला कि यीशु मसीह को मानते हो, जिसके लिए तुम बोलते थे कि उसने सब कुछ किया, लेकिन वो हमारे काम थे, हमारे काम बुरे थे, हम यीशु को जानते थे, पहचानते नहीं थे। जब पहचाना, परमेश्वर ने फेवर दिया और आज खड़ा किया, वो आपको और मुझको भी खड़ा करने वाला परमेश्वर है। हालेलुया, ऊंची आवाज में सब और वो सारा कर्जा उतर चुका है। यस। और परमेश्वर ने एक नई लाइफ दी है। नई लाइफ, अब हम आनंद में, आनंद, ऐसा आनंद। मेरी जो लाइफ थी ना, वो कहते मुर्दा था ना, मुर्दे के सांस निकली होती है, लेकिन हमारी जो लाइफ थी ना, वो मुर्दा ही थी। हम में सिर्फ सांस थी, बाकी टोटल जीवन मुर्दा था। लेकिन जो कब्र का पत्थर है ना, वो सिर्फ यीशु मसीह वही उठा सकता है। जो उस कब्र का पत्थर उठा दे, जो मुर्दा जीवन का अनंत जीवित कर दे, वो सिर्फ यीशु मसीह है। ऊंची आवाज में चिल्लाओ, यीशु, जो राजिया दे राजे नाले दी, एक बार ऊंची आवाज में बोले हालेलुया। आज जितने भी जन यहाँ पे हैं, आप कर्जों के नीचे हैं, आप परमेश्वर के वर्ड को सुने ध्यान से। खुदा ने कहा जो टाइट बोता है वो टाइट नहीं रहता है, वो तंगी में नहीं रहता है। जिन्होंने आंसू बहाते हुए बोया है, वचन में लिखा उन्होंने जय जयकार करते हुए उनको काटने को मिला है। आज जय जयकार करने का टाइम आ चुका है। कलीसिया आपका ऊंची आवाज में हालेलुया चिल्लाते हैं, सब परमेश्वर की महिमा कराए सब जन, ऊंची आवाज में। जो मेरे यसु विच ने मैं की दसा खूबियां, जो मेरे यसु विच ने ओते आप भी अलग, ओते हम भी अलग, ओते आप